आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਰ ਨਾਰੀ ਨਿਤ ਪ੍ਰਤਨਏ, ਕੀਰਤਪੁਰ ਮਹਿ ਆਏ। ਸੰਬੰਧੀ ਸਿੱਖ ਸੰਗਤਾਂ, ਰੋਰਤ ਸ਼ੋਕ ਵਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਲੈ ਚੱਲੀਏ, ਜਿੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਭੋਗ ਉੱਤੇ ਬਹੁਤ ਸਾਰੀਆਂ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਚੱਲ ਕੇ ਪਹੁੰਚੀਆਂ ਹਨ। ਹਜ਼ਾਰਾਂ ਸੰਗਤਾਂ ਦਾ ਇਕੱਠ ਹੋ ਗਿਆ ਹੈ, ਪਰ ਸਾਰਿਆਂ ਦੇ ਮਨ ਉਦਾਸ ਹਨ, ਦਿਲਗੀਰ ਹਨ। ਚਿਹਰਿਆਂ ਦੇ ਉੱਤੇ ਉਦਾਸੀ, ਅੱਖਾਂ ਵਿੱਚ ਪਿਆਰ ਦੇ ਹੰਝੂ ਹਨ। ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਐਸੇ ਮਹਾਂਪੁਰਸ਼ਾਂ ਦਾ ਸੰਗਤ ਨੂੰ ਵਿਛੋੜਾ ਮਿਲਿਆ। ਇਹ ਵਿਛੋੜਾ ਸਿਆ ਨਹੀਂ ਜਾ ਰਿਹਾ। ਬੇਅੰਤ ਸੰਗਤਾਂ ਵਿਆਕੁਲ ਹਨ। ਸ੍ਰੀ ਕੀਰਤਪੁਰ ਸਾਹਿਬ ਦਾ ਮਾਹੌਲ ਗਮਗੀਨ ਹੈ। ਆਓ ਕਥਾ ਸੁਣੀਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਰ ਨਾਰੀ ਨਿਤ ਪ੍ਰਤਨਏ। ਇਸਤਰੀ ਪੁਰਸ਼ ਰੋਜ਼ ਹੀ ਹਜ਼ਾਰਾਂ ਦੀ ਤਦਾਦ ਵਿੱਚ ਨਵੇਂ ਟੋਲਿਆਂ ਦੇ ਟੋਲੇ ਸੰਗਤਾਂ ਦੇ ਆਉਂਦੇ ਹਨ। ਕੀਰਤਪੁਰ ਮਹਿ ਆਏ। ਸ੍ਰੀ ਕੀਰਤਪੁਰ ਸਾਹਿਬ ਆ ਰਹੇ ਹਨ ਲੋਕ। ਸੰਬੰਧੀ ਸਿੱਖ ਸੰਗਤਾਂ, ਗੁਰੂ ਘਰ ਦੇ ਸੰਬੰਧੀ ਰਿਸ਼ਤੇਦਾਰ ਅਤੇ ਸਿੱਖ ਸੰਗਤਾਂ, ਗੁਰੂ ਕੇ ਮਸੰਦ ਸਭ ਪਹੁੰਚ ਰਹੇ ਹਨ। ਰੋਦਤ ਸ਼ੋਕ ਵਧਾਏ। ਤੇ ਸਾਰੇ ਬੈਰਾਗ ਕਰਦੇ ਹਨ। ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਹਨ। ਹਜ਼ਾਰਾਂ ਸੰਗਤਾਂ ਵੈਰਾਗ ਵਿੱਚ ਭਿੱਜੀਆਂ ਹੋਈਆਂ ਹਨ। ਚਉਪਈ ਅਲਪ ਬੈਸ ਮਹਿ ਸ੍ਰੀ ਹਰਿ ਰਾਏ। ਤੇ ਸ੍ਰੀ ਹਰਿ ਰਾਏ ਜੀ ਸਤਵੇਂ ਪਾਤਸ਼ਾਹ ਕੁੱਲ 6 ਸਾਲ ਦੇ ਹਨ। ਕਿਰਿਆ ਪਿਤਾ ਹਿਤ ਕਰਹਿ ਬਨਾਏ। ਆਪਣੇ ਪਿਤਾ ਜੀ ਦੀ ਕਿਰਿਆ, ਜੋ ਵੀ ਮਰਜ਼ਾਦਾ ਹੈ ਭੋਗ ਦੀ, ਜੋ ਪੁੱਤਰ ਦਾ ਫਰਜ਼ ਹੁੰਦਾ, ਉਹ ਨਿਭਾ ਰਹੇ ਹਨ। ਕਿਉਂਕਿ ਵੱਡੇ ਸਾਹਿਬਜ਼ਾਦੇ ਤਾਂ ਆਏ ਨਹੀਂ, ਬਾਬਾ ਧੀਰਮਲ ਜੀ, ਇਸ ਕਰਕੇ ਛੋਟਿਆਂ ਨੂੰ ਹੀ ਇਹ ਸਾਰੀ ਮਰਜ਼ਾਦਾ ਨਿਭਾਉਣੀ ਪਈ ਹੈ। ਬੀਨ ਪੁਸ਼ਪ ਸਰ ਪਹੁੰਚਾਏ। ਕਹਿੰਦੇ ਬਾਬਾ ਜੀ ਦੇ, ਗੁਰਦਿੱਤਾ ਜੀ ਦੇ ਫੁੱਲ ਚੁਣ ਕੇ ਸੁਰਸਰੀ ਪਹੁੰਚਾਏ ਗਏ ਹਨ। ਅਪਰ ਜਥੋਚਿਤ ਬਿਦ ਕਰਾਏ। ਔਰ ਜੋ ਮਰਜ਼ਾਦਾ ਜਥਾਯੋਗ ਸਾਰੀ ਸੀ, ਉਹ ਵਿਧੀ ਵਿਧਾਨ ਅਨੁਸਾਰ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਕੀਤਾ ਗਿਆ ਹੈ। ਦਿਵਸ 3-10 ਜਬਹਿ ਬਿਤਾਏ। ਜਦੋਂ ਸਾਧ ਸੰਗਤ ਜੀ 13 ਦਿਨ ਬੀਤ ਗਏ, ਭਇਓ ਸਮਾਜ ਮਨੁਜ ਸਮੁਦਾਏ। ਸਾਰੀਆਂ ਸੰਗਤਾਂ, ਸਾਰੇ ਲੋਕ ਆ ਪਹੁੰਚੇ। ਕਿਉਂਕਿ ਜਿੱਥੇ ਜਿੱਥੇ ਖਬਰ ਦੇਣੀ ਸੀ, ਉੱਥੇ ਖਬਰਾਂ ਪਹੁੰਚਾਈਆਂ। ਤੇ ਉਹ ਸਾਰੀਆਂ ਸੰਗਤਾਂ ਸਾਰੇ ਕੰਮਕਾਰ ਵਿੱਚੇ ਛੱਡ ਕੇ ਕੀਰਤਪੁਰ ਸਾਹਿਬ ਨੂੰ ਤੁਰ ਪਈਆਂ। ਤੇ ਸਾਰੇ 13ਵੀਂ ਵਾਲੇ ਦਿਨ, ਜਿਸ ਦਿਨ ਬਾਬਾ ਗੁਰਦਿੱਤਾ ਜੀ ਦਾ ਭੋਗ ਪੈਣਾ ਸੀ, ਉਸ ਤੋਂ ਪਹਿਲਾਂ ਕੀਰਤਪੁਰ ਸਾਹਿਬ ਪਹੁੰਚ ਗਏ। ਜਹ ਲਓ ਪਹੁੰਚ ਆਏ ਬੇਕੇਰੀ। ਜਿੱਥੋਂ ਤੱਕ ਪਹੁੰਚ ਸਕਦਾ ਸੀ, ਕਿਉਂਕਿ ਸੰਗਤਾਂ ਦਾ ਗੁਰੂ ਦੀਆਂ ਕਾਬਲ ਕੰਧਾਰ ਤਾਈਂ, ਕਸ਼ਮੀਰ ਤਾਈਂ, ਬੰਗਲਾਦੇਸ਼ ਤਾਈਂ ਦੂਰ ਦੂਰ ਹਨ। ਸਾਰੀ ਸੰਗਤ ਇੰਨੀ ਦੂਰ ਤਾਂ ਇੰਨੀ ਛੇਤੀ ਖਬਰ ਵੀ ਨਹੀਂ ਪਹੁੰਚਾਈ ਜਾ ਸਕਦੀ। ਸਾਰੀ ਸੰਗਤ ਇੰਨੀ ਛੇਤੀ ਆ ਨਹੀਂ ਸਕਦੀ। ਪਰ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ, ਇਹ ਜਿਹੜੇ ਇਲਾਕੇ ਨੇੜੇ ਹਨ ਸ੍ਰੀ ਕੀਰਤਪੁਰ ਸਾਹਿਬ ਦੇ, ਇੱਥੋਂ ਦੀਆਂ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਈਆਂ ਹਨ। ਮਿਲੀ ਸੰਗਤੈ ਆਨ ਕਨੇਰੀ। ਬਹੁਤ ਸੰਗਤਾਂ ਸ੍ਰੀ ਕੀਰਤਪੁਰ ਸਾਹਿਬ ਆ ਕੇ ਭੋਗ ਤੋਂ ਪਹਿਲਾਂ ਹਾਜ਼ਰ ਹੋ ਗਈਆਂ ਹਨ। ਜੋਧ ਰਾਏ ਅਰ ਸਾਹਿਬ ਭਾਨਾ। ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਜੀ ਰਮਦਾਸ ਪਿੰਡ ਤੋਂ ਆਏ ਨੇ।
ਤੇ ਭਾਈ ਜੋਧ ਰਾਏ ਜੀ ਮਾਲਵੇ ਦੀ ਧਰਤੀ ਦੀਨੇ ਕਾਂਗੜ ਦੇ ਰਾਜੇ ਉਹ ਵੀ ਆਏ ਨੇ। ਸ੍ਰੀ ਹਰਗੋਬਿੰਦ ਸੰਗ ਬਖਾਨਾ। ਭਾਈ ਜੋਧ ਰਾਏ ਜੀ ਤੇ ਭਾਈ ਭਾਨਾ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਹਿਣ ਲੱਗੇ, ਸ੍ਰੀ ਗੁਰ ਦਿੱਤੇ ਕੇ ਜੁਗਨੰਦ। ਕਿ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਜੀ, ਬਾਬਾ ਗੁਰਦਿੱਤਾ ਜੀ ਦੇ 2 ਪੁੱਤਰ ਹਨ, ਆਪ ਜੀ ਦੇ 2 ਪੋਤਰੇ ਹਨ। ਧੀਰਮਲ ਹੈ ਬੈਸ ਬਿਲੰਦ। ਵੱਡੇ ਬਾਬਾ ਧੀਰਮਲ ਜੀ ਹਨ, ਸੋ ਨਹਿ ਚਲ ਕੀਰਤਪੁਰ ਆਵਾ। ਪਰ ਬਾਬਾ ਧੀਰਮਲ ਆਇਆ ਹੀ ਕੋਈ ਨਹੀਂ। ਉਹ ਕਰਤਾਰਪੁਰ 'ਚ ਡੇਰਾ ਲਾਈ ਬੈਠਾ ਹੈ। ਉਹਨੂੰ ਵੀ ਆਉਣਾ ਚਾਹੀਦਾ ਸੀ ਗੁਰੂ ਘਰ ਦੇ ਵਿੱਚ। ਟੁੱਟਿਓ ਸਬਨ ਤੇ ਕਿਆ ਲਖ ਪਾਵਾ। ਵੱਡੇ ਸਾਹਿਬਜ਼ਾਦੇ ਨੂੰ ਹੋਇਆ ਕੀ ਹੈ? ਕਿਉਂ ਨਾਰਾਜ਼ ਹੋ ਗਿਆ? ਕਿਉਂ ਸਾਰਿਆਂ ਨਾਲੋਂ ਟੁੱਟ ਗਿਆ ਹੈ? ਪਿਤ ਪਰ ਲੋਕ ਭਇਓ ਅਸ ਸਮਾਂ। ਇਹੋ ਜਿਹਾ ਸਮਾਂ ਦੁਖਦਾਈ ਜਦੋਂ ਕਿ ਪਿਤਾ ਦਾ ਅਕਾਲ ਚਲਾਣਾ ਹੋ ਜਾਵੇ, ਐਡੀ ਵੱਡੀ ਘਰ ਦੇ ਵਿੱਚ ਭਾਵੀ ਵਰਤ ਜਾਵੇ ਤੇ ਫੇਰ ਵੀ ਨਾ ਆਵੇ। ਇਹ ਗੱਲ ਜਿਹੜੀ ਹੈ ਬੜੀ ਦੁਖਦਾਈ ਹੈ। ਆਏ ਨਾ ਪਹੁੰਚਿਓ ਕੀਨ ਨਾ ਖਮਾ। ਕਹਿੰਦੇ ਬਾਬਾ ਧੀਰਮਲ ਆਇਆ ਨਹੀਂ, ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਨਹੀਂ ਹੋਇਆ, ਉਹਨੇ ਦੁੱਖ ਨਹੀਂ ਮਨਾਇਆ। ਕਿਉਂ ਨਹੀਂ ਆਇਆ? ਉਹ ਦੇਣੀ ਬਨੇ ਅਬੈ ਦਸਤਾਰ। ਹੁਣ ਦਸਤਾਰ ਦੇਣੀ ਸੀ। ਜਿੱਥੇ ਆਉਂਦਾ ਤੇ ਵੱਡੇ ਪੁੱਤਰ ਨੂੰ ਪੱਗ ਬੱਝਣੀ ਸੀ, ਉਹਨੂੰ ਬੰਨ੍ਹਦੇ। ਹੁਣ ਦਸਤਾਰ ਤਾਂ ਦੇਣੀ ਬਣਦੀ ਹੈ, ਇੱਕ ਮਰਜ਼ਾਦਾ ਹੈ ਵੀ ਪਿਓ ਦੀ ਥਾਂ ਤੇ ਪੁੱਤਰ ਨੂੰ ਦਸਤਾਰ ਦੇਈਦੀ ਹੈ। ਹਾਂਜੀ। ਕੋਰਾਵਰ ਨੇ ਕੀਨ ਸਟਾਰ। ਸੱਚੇ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਨੇ ਹੁਣ ਕੀ ਫੈਸਲਾ ਕੀਤਾ? ਆਪ ਜੀ ਕਿਹਨੂੰ ਪੱਗ ਦਿਓਗੇ? ਉਹ ਤੇ ਆਇਆ ਨਹੀਂ ਵੱਡਾ, ਤੇ ਛੋਟੇ ਹਨ ਸ੍ਰੀ ਹਰਿਰਾਏ ਸਾਹਿਬ ਜੀ। ਕੀ ਉਹਨਾਂ ਨੂੰ ਦਸਤਾਰ ਦੇਣੀ ਹੈ ਜਾਂ ਨਹੀਂ ਦੇਣੀ? ਪੁਰ ਕਰਤਾਰ ਦੇਨ ਕੋ ਜਾਏ। ਕਿ ਕਰਤਾਰਪੁਰ ਜਾ ਕੇ ਪੱਗ ਦੇਣੀ, ਉਹਨੂੰ ਉੱਥੇ ਦੇਣ ਜਾਣਾ ਪੈਣਾ। ਉਹ ਆਪ ਨਹੀਂ ਆਇਆ ਤਾਂ ਉਹਨੂੰ ਦਸਤਾਰ ਤਾਂ ਦੇਣੀ ਹੈ। ਫਿਰ ਉੱਥੇ ਜਾਈਏ ਉਹਦੇ ਕੋਲ, ਉਹਨੂੰ ਦਸਤਾਰ ਦੇਣ ਵਾਸਤੇ ਉੱਥੇ ਜਾਣਾ ਹੈ ਜਾਂ ਇੱਥੇ ਸ੍ਰੀ ਹਰਿਰਾਏ ਜੀ ਨੂੰ ਦਸਤਾਰ ਦੇਣੀ ਹੈ? ਅਪਰ ਨਹੀਂ ਕੋ ਬਨੈ ਉਪਾਏ। ਹੋਰ ਤਾਂ ਮਹਾਰਾਜ ਕੋਈ ਉਪਾਅ ਬਣਦਾ ਨਹੀਂ। ਪੱਗ ਤਾਂ ਪੁੱਤਰ ਦੀ ਵੱਡੇ ਦੀ ਹੁੰਦੀ ਹੈ, ਜਿਹੜਾ ਪਿਓ ਦਾ ਸਾਰੀ ਵਾਰਸ ਹੁੰਦਾ, ਸਾਰੀ ਜ਼ਿੰਮੇਵਾਰੀਆਂ ਉਹਦੇ ਕੋਲ ਹੁੰਦੀਆਂ ਨੇ। ਤੇ ਵੱਡਾ ਪੁੱਤਰ ਆਇਆ ਨਹੀਂ ਬਾਬਾ ਧੀਰਮਲ, ਉਹਨੂੰ ਦਸਤਾਰ ਦਈਏ ਜਾਂ ਛੋਟਿਆਂ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਈਏ? ਤਿਸ ਤੇ ਸ੍ਰੀ ਹਰਿਰਾਏ ਛੁਟੇਰੇ। ਸ੍ਰੀ ਹਰਿਰਾਏ ਜੀ ਛੋਟੇ ਹਨ, ਉਮਰ ਵੀ ਅਜੇ 7 ਸਾਲ ਦੀ 6 ਸਾਲ ਦੀ ਹੈ, ਤੇ ਜ਼ਿੰਮੇਵਾਰੀ ਵੱਡੇ ਭਾਈ ਨੂੰ ਦੇਣੀ ਚਾਹੀਦੀ ਸੀ। ਧੀਰਸ਼ੀਲ ਗੁਣ ਵਿਖੈ ਵਡੇਰੇ। ਬਾਬਾ ਜੀ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਜਿਹੜੇ ਹਨ, ਉਹਨਾਂ ਨੂੰ ਆਉਣਾ ਚਾਹੀਦਾ ਸੀ, ਪਰ ਹੁਣ ਜਿਹੜੇ ਨਹੀਂ ਆਏ, ਕੀ ਕਰੀਏ? ਧੀਰਮਲ ਦੇ ਨਾ ਆਉਣ 'ਤੇ ਹੁਣ ਸ੍ਰੀ ਹਰਿਰਾਏ ਜੀ ਨੂੰ ਦਸਤਾਰ ਦਈਏ, ਜਿਹੜੇ ਸਾਡੀ ਨਿਗਾਹ ਵਿੱਚ ਤਾਂ ਬਹੁਤ ਚੰਗੇ ਹਨ, ਧੀਰਜਵਾਨ ਹਨ, ਸ਼ੀਲ ਸੁਭਾਅ ਦੇ ਹਨ, ਗੁਣਾਂ ਵਿੱਚ ਵੀ ਬਹੁਤ ਅੱਛੇ ਹਨ। ਅਸਮੰਜਸ ਲਖਿਅਤ ਸ੍ਰੀ ਗੁਰੂ ਜੀ। ਹੇ ਸਤਿਗੁਰੂ ਜੀ, ਇਹ ਬੜੀ ਅਸਮੰਜਸ ਜੀ ਬਣ ਗਈ ਆ, ਅਣਬਣ ਜੀ ਹੋ ਗਈ ਹੈ ਗੱਲ। ਵੈਸੇ ਮਰਜ਼ਾਦਾ ਦੁਨੀਆਦਾਰੀ ਦੀ, ਭਾਈਚਾਰੇ ਦੀ, ਸਮਾਜ ਦੀ ਇਹੀ ਹੁੰਦੀ ਹੈ ਕਿ ਵੱਡੇ ਪੁੱਤਰ ਨੂੰ ਦਸਤਾਰ ਬੰਨ੍ਹੀ ਦੀ ਹੈ, ਪਰ ਵੱਡਾ ਆਇਆ ਹੀ ਨਹੀਂ ਤਾਂ ਹੁਣ ਕੀ ਕਰੀਏ? ਤਉ ਹਮਾਰੀ ਸੁਣੀਏ ਹੈ ਅਰਜੀ। ਤਾਂ ਮਹਾਰਾਜ ਜੀ ਸਾਡੀ ਸਿੱਖਾਂ ਦੀ ਬੇਨਤੀ ਸੁਣੋ। ਅਰ ਹਮ ਲਖਿਓ ਚਾਹੇ ਤੁਬ ਮਰਜੀ। ਨਾਲੇ ਅਸੀਂ ਆਪ ਜੀ ਦੀ ਮਰਜ਼ੀ ਵੀ ਵੇਖਣੀ ਚਾਹੁੰਦੇ। ਆਪ ਜੀ ਦੀ ਰਜ਼ਾ ਕੀ ਹੈ? ਕਿਉਂਕਿ ਅਸੀਂ ਤਾਂ ਸਿੱਖ ਹਾਂ, ਤੁਸੀਂ ਗੁਰੂ ਹੋ, ਤੁਹਾਡੀ ਮਰਜ਼ੀ ਤੋਂ ਬਿਨਾਂ ਅਸੀਂ ਕੁਝ ਕਰ ਨਹੀਂ ਸਕਦੇ। ਲਗ ਪਰ ਹੀ ਪ੍ਰਸੰਨ ਹੈ ਹਰ ਜੀ। ਕਿਉਂਕਿ ਬਾਣੀ ਵਿੱਚ ਵੀ ਲਿਖਿਆ ਹੈ ਕਿ ਵਾਹਿਗੁਰੂ ਨੀਵਿਆਂ 'ਤੇ ਕਿਰਪਾ ਕਰਦਾ ਹੈ। ਲਗ ਪਰ ਹੀ ਪ੍ਰਸੰਨ ਹੈ ਹਰ ਜੀ। ਲਘੂ ਨਾਮ ਛੋਟੇ ਦਾ ਹੈ, ਛੋਟਿਆਂ 'ਤੇ ਹੀ ਹਰੀ ਜੀ ਪ੍ਰਸੰਨ ਹੁੰਦੇ ਨੇ, ਹਰੀ ਜੀ ਕਿਰਪਾ ਕਰਦੇ ਨੇ। ਮਹਾਰਾਜ ਅਕਾਲ ਪੁਰਖ ਪਰਮੇਸ਼ਰ ਜੀ ਨਿਮਾਣਿਆਂ ਨੂੰ ਮਾਣ ਦਿੰਦੇ ਹਨ। ਦੇਣੀ ਬਨੇ ਇਨੈ ਦਸਤਾਰ। ਇਹ ਉਮਰ 'ਚ ਵੀ ਛੋਟੇ ਹਨ, ਨਿਮਰਤਾ ਦੇ ਵੀ ਧਾਰਨੀ ਹਨ, ਮਨ ਵੀ ਨੀਵਾਂ ਹੈ। ਮਨ ਨੀਵਾਂ ਤੇ ਮੱਤ ਉੱਚੀ। ਸਾਧ ਸੰਗਤ ਜੀ, ਗੁਰੂ ਘਰ 'ਚ ਇਹ ਪ੍ਰਵਾਨ ਹੈ, ਨਿਮਾਣਾ ਹੋ ਕੇ ਮਾਣ ਮਿਲਦਾ ਹੈ। ਇਹ ਨਿਮਾਣੇ ਮਨ ਨੂੰ ਮਾਰ ਕੇ ਸੇਵਾ ਕਰਨ ਵਾਲੇ, ਹੁਕਮ ਮੰਨਣ ਵਾਲੇ, ਹਲੀਮੀ
ਪਿਆਰ ਮਿਠਾਸ ਨਾਲ ਭਰੇ ਹੋਏ ਹਨ। ਸਾਡੇ ਖਿਆਲ ਵਿੱਚ ਤਾਂ ਭਾਈ ਭਾਨਾ ਜੀ ਕਹਿੰਦੇ ਇਹਨਾਂ ਨੂੰ ਹੀ ਦਸਤਾਰ ਦੇਣੀ ਚਾਹੀਦੀ ਹੈ। ਵਡਿਆਈ ਕੇ ਉਚਿਤ ਉਦਾਰ, ਇਹ ਵਡਿਆਈ ਦੇ ਉਚਿਤ ਹਨ, ਇਹਨਾਂ ਨੂੰ ਵਡਿਆਈ ਮਿਲਣੀ ਚਾਹੀਦੀ ਹੈ। ਕਿਉਂਕਿ ਲੋ ਬਾਲੀ ਦਰਗਾਹ ਵਿੱਚ ਦਰਗਹਿ ਮਾਣ ਨਿਮਾਣਾ ਪਾਵੇ। ਪਰਮੇਸ਼ਰ ਦੀ ਦਰਗਾਹ ਵਿੱਚ ਤੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਮੁਖ ਪ੍ਰਸੰਨ ਰਹਿ ਬਿਕਸਿਓ ਸਦਾ, ਇਹਨਾਂ ਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ ਹੈ, ਪ੍ਰਸੰਨ ਰਹਿੰਦੇ ਹਨ। ਧੀਰਜ ਸਹਿਤ ਗਹੀਰ ਸੋ ਰਿਦਾ, ਬੜੇ ਧੀਰਜਵਾਨ ਗਹਿਰ ਗੰਭੀਰ ਇਹਨਾਂ ਦਾ ਹਿਰਦਾ ਹੈ। ਮੱਤ ਉੱਚੀ ਹੈ ਇਹਨਾਂ ਦੀ, ਮਨ ਨੀਵਾਂ ਹੈ। ਸਭ ਸੋ ਬੋਲਤ ਮ੍ਰਿਦੁਲ ਸੁਭਾਓ, ਸਾਰਿਆਂ ਨਾਲ ਪ੍ਰੇਮ ਨਾਲ ਬੋਲਦੇ ਨੇ, ਮਿੱਠੇ ਬੋਲਦੇ ਨੇ। ਗੁਰਬਾਣੀ ਦਾ ਹੁਕਮ ਹੈ ਵੀ ਫਿੱਕਾ ਕਿਸੇ ਨਾਲ ਬੋਲਣਾ ਨਹੀਂ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਜਦੋਂ ਵੀ ਬੋਲੋ ਪਿਆਰ ਨਾਲ। ਵਾਹਿਗੁਰੂ ਜੋ ਮਿੱਠਾ ਬੋਲਦਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀਓ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਤੇ ਗੁਰੂ ਸਾਹਿਬ ਜੀ ਦੇ ਹੁਕਮ ਦੇ ਮੁਤਾਬਕ ਸ੍ਰੀ ਹਰਿ ਰਾਏ ਜੀ ਮਿੱਠਾ ਹੀ ਬੋਲਦੇ ਹਨ, ਸਭ ਦੇ ਨਾਲ ਪ੍ਰੇਮ ਨਾਲ ਵਰਤਦੇ ਹਨ। ਮਤਸਰ ਆਦ ਕੁਤਰਕ ਨਾ ਕਾਊ, ਕਿਸੇ ਨਾਲ ਈਰਖਾ ਨਹੀਂ ਕਰਦੇ, ਜੈਲਸ ਨਹੀਂ ਕਰਦੇ, ਕੁਤਰਕ ਨਹੀਂ ਕਰਦੇ ਕਿਸੇ ਉੱਤੇ ਵੀ ਤੂੰ ਆਹ ਕੀ ਕੀਤਾ, ਤੂੰ ਉਹ ਕੀ ਕੀਤਾ। ਜਿਹਨੂੰ ਕਹਿੰਦੇ ਹੁਜਤਾਂ ਕਰਨੀਆਂ, ਤਰਕਾਂ ਕਰਨੀਆਂ। ਇਹ ਸਾਧ ਸੰਗਤ ਜੀ ਤਰਕਾਂ ਕਰਨੀਆਂ, ਹੁਜਤਾਂ ਕਰਨੀਆਂ, ਕਿਸੇ ਨਾਲ ਈਰਖਾ ਕਰਨੀ, ਇਹ ਰਾਖਸ਼ ਬਿਰਤੀ ਹੈ। ਇਹਦੇ ਉਲਟ ਜਿਹੜੀ ਹੈ ਉਹ ਦੇਵ ਬਿਰਤੀ ਹੈ। ਇਹ ਹੁਣ ਬੰਦੇ ਦੇ ਅੰਦਰ ਹੀ ਬੈਠੇ ਹੋਏ ਨੇ। ਦੇਵਤੇ ਵੀ ਸਾਡੇ ਅੰਦਰ ਵਸਦੇ ਆ, ਰਾਖਸ਼ ਵੀ ਸਾਡੇ ਅੰਦਰ ਹੀ ਵਸਦੇ ਆ, ਬਾਹਰ ਕੁਛ ਨਹੀਂ। ਸਤਿਗੁਰੂ ਬਾਣੀ 'ਚ ਕਲਗੀਧਰ ਪਾਤਸ਼ਾਹ ਕਹਿੰਦੇ ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਜਿਹੜਾ ਬੰਦਾ ਚੰਗੇ ਕੰਮ ਕਰਦਾ, ਮਿੱਠਾ ਬੋਲਦਾ, ਸਭ ਨਾਲ ਚੰਗਾ ਵਰਤਦਾ, ਬੇਈਮਾਨੀ ਧੋਖਾ ਧੜੀ ਝੂਠ ਕਪਟ ਚਲਾਕੀ ਹੁਸ਼ਿਆਰੀ ਨਹੀਂ ਕਰਦਾ, ਉਹ ਬੰਦਾ ਦੇਵਤਾ ਹੈ। ਕੁਕਿਰਤ ਕਰਮ ਜੇ ਜਗ ਮੈਂ ਕਰਹੀ, ਅਸੁਰ ਨਾਮ ਤਾਂ ਕੋ ਜਗ ਤਰਹੀ। ਜਿਹੜਾ ਛਲ ਕਪਟ ਕਰਦਾ, ਬੇਈਮਾਨੀ ਕਰਦਾ, ਧੋਖਾ ਧੜੀ ਕਰਦਾ, ਉਹ ਈਰਖਾ ਜਾਂ ਜੈਲਸ ਕਰਦਾ, ਇੱਦਾਂ ਦੇ ਜਿਹੜੇ ਔਗਣ ਨੇ ਬੰਦੇ ਦੇ, ਉਹਦੇ ਨਾਲ ਉਹ ਬੰਦਾ ਰਾਖਸ਼ ਬਣ ਜਾਂਦਾ। ਬੰਦਾ ਹੀ ਦੇਵਤਾ ਬਣ ਜਾਂਦਾ, ਬੰਦਾ ਹੀ ਰਾਖਸ਼ ਬਣ ਜਾਂਦਾ। ਅੰਦਰ ਬੈਠੀਆਂ ਬੁਰਾਈਆਂ ਬੰਦੇ ਨੂੰ ਰਾਖਸ਼ ਬਣਾਉਂਦੀਆਂ ਨੇ, ਅੰਦਰਲੀਆਂ ਚੰਗਿਆਈਆਂ ਬੰਦੇ ਨੂੰ ਦੇਵਤਾ ਬਣਾਉਂਦੀਆਂ ਨੇ। ਤੋ ਸ੍ਰੀ ਹਰਿ ਰਾਏ ਜੀ ਦੇਵਤਾ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂ? ਇਹਨਾਂ ਦੇ ਅੰਦਰ ਸਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਸੱਚ ਹੈ, ਨੇਕੀ ਹੈ, ਪਰਉਪਕਾਰ ਹੈ। ਇਹ ਸਭ ਨਾਲ ਪ੍ਰੇਮ ਕਰਦੇ ਨੇ, ਮਿੱਠ ਬੋਲਦੇ ਨੇ। ਸੁਨ ਸਤਿਗੁਰ ਦੋਨੋਂ ਸਮਝਾਏ, ਭਾਈ ਭਾਨੇ ਤੇ ਭਾਈ ਜੋਧ ਰਾਏ ਦੀ ਬੇਨਤੀ ਸੁਣ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਭਾਈ ਭਾਨਾ ਜੀ ਨੂੰ ਤੇ ਭਾਈ ਜੋਧ ਰਾਏ ਜੀ ਨੂੰ ਸਮਝਾਉਂਦੇ ਹਨ। ਬੜ ਵਡਿਆਈ ਉਚਿਤ ਸੁਹਾਏ, ਮਹਾਰਾਜ ਕਹਿੰਦੇ ਦੇਖੋ ਭਾਈ ਭਾਨਾ ਜੀ, ਵਡਿਆਈ ਗੁਰੂ ਨਾਨਕ ਦੇ ਘਰ ਵਿੱਚੋਂ ਮਿਲਦੀ ਹੈ। ਬਾਬਾ ਧੀਰਮਲ ਜੀ ਵੱਡੇ ਹਨ, ਸਾਡੇ ਪੋਤਰੇ ਹਨ, ਪਰ ਉਹਨਾਂ ਨੂੰ ਪਰਮਾਤਮਾ ਵੱਲੋਂ ਵਡਿਆਈ ਮਿਲਣੀ ਕੋਈ ਨਹੀਂ। ਹਾਂਜੀ, ਸਭ ਕੁਟੁੰਬ ਤੇ ਇਨਕੇ ਭਾਗ, ਇਹਨਾਂ ਦੇ ਸਾਰੇ ਪਰਿਵਾਰ ਨਾਲੋਂ ਸਾਡੇ ਜਿੰਨਾ ਵੀ ਸੋਢੀ ਵੰਸ਼ ਹੈ, ਗੁਰੂ ਰਾਮਦਾਸ ਜੀ ਦੀ ਅੰਸ਼ ਵੰਸ਼ ਹੈ, ਬਹੁਤ ਵੱਡੀ ਹੈ। ਸਾਰੇ ਜੀਆਂ ਵਿੱਚੋਂ ਇਹ ਸਾਡੇ ਪੋਤਰੇ ਹਰਿ ਰਾਏ ਦੇ ਭਾਗ ਜਾਗਣੇ। ਆਖੋ ਸ੍ਰੀ ਵਾਹਿਗੁਰੂ। ਜਿਹੜੀ ਖੇਡ ਇਹ ਜਿਹੜੀ ਗੁਰੂ ਨਾਨਕ ਦੀ ਜੋਤ, ਇਸ਼ਾਰਾ ਤਾਂ ਮਹਾਰਾਜ ਇਹੀ ਕਰ ਰਹੇ ਨੇ ਵੀ ਉਹ ਜਿਹੜੀ ਬਿਰਾਜਮਾਨ ਹੋਣੀ ਹੈ ਇੱਥੇ ਹੋਣੀ ਹੈ। ਜਿਹੜਾ ਭਾਂਡਾ ਪੂਰਾ ਹੋਵੇਗਾ ਵਸਤੂ ਉਹਦੇ 'ਚ ਹੀ ਪਏਗੀ। ਹਾਂਜੀ, ਜਾਨੇ ਪਰੈ ਵੱਡੇ ਅਬ ਜਾਗ, ਮਹਾਰਾਜ ਕਹਿੰਦੇ ਸਾਰਿਆਂ 'ਚੋਂ ਸਾਨੂੰ ਇਹਦੇ ਭਾਗ ਚੰਗੇ ਲੱਗਦੇ। ਸਾਡੇ ਛੋਟੇ ਪੋਤਰੇ ਤੇ ਗੁਰੂ ਨਾਨਕ ਦੀ ਕਿਰਪਾ ਹੈ। ਇਹ ਜਿਹੜੇ ਗੁਰਸਿੱਖੀ ਦੇ ਨਿਯਮ ਨੇ, ਜਤ ਸਤ ਦਇਆ ਧਰਮ ਸੱਚ ਸੁੱਚ ਨੇਕੀ ਪਰਉਪਕਾਰ ਤਿਆਗ ਬੈਰਾਗ ਭਗਤੀ ਸਿਮਰਨ ਬ੍ਰਹਮ ਗਿਆਨ, ਜਿੰਨੇ ਵੀ ਗੁਣ ਹੋਣੇ ਚਾਹੀਦੇ ਬ੍ਰਹਮ ਗਿਆਨੀ ਗੁਰਸਿੱਖ ਦੇ ਵਿੱਚ, ਉਹ ਇਹਨਾਂ 'ਚ ਪੂਰੇ ਬਚਪਨ ਤੋਂ ਹੀ ਹਨ। ਹਾਂਜੀ, ਵੱਡੇ ਗੁਰਨ ਸੰਗ ਪਿਥੀਆ ਦੁਆਸ਼ੀ, ਤੇ ਸਾਡੇ ਵੱਡੇ ਸਤਿਗੁਰੂ ਜੀ ਪਿਤਾ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਨਾਲ ਸਾਡਾ ਤਾਇਆ ਪ੍ਰਿਥੀ ਚੰਦ ਦਵੈਸ਼ ਕਰਦਾ ਸੀ।
ਉਹ ਸਾਡੇ ਤਾਏ ਨੇ ਸਾਨੂੰ ਸਾਰੀ ਉਮਰ ਦੁੱਖ ਦਿੱਤਾ, ਸਾਡੇ ਪਿਤਾ ਜੀ ਨੂੰ ਵੀ, ਤੇ ਸਾਨੂੰ ਵੀ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਦਾ ਰਿਹਾ। ਨਹਿ ਸੁਧਰਿਓ ਬੈ ਬਿਤੀ ਅਸ਼ੇਸ਼ੀ। ਸਾਰੀ ਉਮਰ ਬੀਤ ਗਈ ਬਾਬੇ ਪਿਰਥੀ ਚੰਦ ਦੀ, ਸਾਡਾ ਤਾਇਆ ਨਹੀਂ ਸੁਧਰਿਆ, ਉਹਦੇ ਖਿਆਲ ਨਹੀਂ ਬਦਲੇ। ਸਾਡੇ ਪਿਤਾ ਜੀ ਮਹਾਰਾਜ ਨੇ ਬੜਾ ਸਮਝਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਣ ਗਏ, ਉਹਨਾਂ ਨਾਲ ਵੀ ਲੜ ਪਿਆ। ਬਾਬਾ ਬੁੱਢਾ ਸਾਹਿਬ ਜੀ ਨਾਲ ਵੀ ਲੜ ਪਿਆ। ਇੱਥੋਂ ਤੱਕ ਵੀ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਨਾਲ ਵੀ ਲੜ ਪਿਆ। ਇਹੀ ਚਾਹੁੰਦਾ ਸੀ ਮੈਂ ਗੁਰੂ ਬਣਾ। ਉਹ ਦਵੈਸ਼ ਕਰਦਾ ਸੀ, ਛਲ ਕਪਟ ਬੇਈਮਾਨੀ ਝੂਠ ਬੋਲਣਾ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਸਨ। ਤਥਾ ਧੀਰ ਮਲ ਮਤਸਰ ਧਰ ਧਰ। ਈਰਖਾਲੂ ਬੜਾ ਸੀ ਉਹ, ਸਤਿਗੁਰੂ ਜੀ ਦੇ ਨਾਲ ਈਰਖਾ ਕਰਦਾ ਸੀ, ਪੰਜਵੇਂ ਪਾਤਸ਼ਾਹ ਦੇ ਨਾਲ। ਭਾਈ ਭਾਨਾ ਜੀ, ਜਿਵੇਂ ਪਿਰਥੀ ਚੰਦ ਤੁਸੀਂ ਤਾਂ ਦੇਖਿਆ ਹੀ ਹੈ ਕਿੱਦਾਂ ਦਾ ਸੀ ਸਾਡਾ ਤਾਇਆ, ਉੱਦਾਂ ਦਾ ਹੀ ਇਹ ਸਾਡਾ ਪੋਤਾ ਧੀਰਮਲ ਹੋਵੇਗਾ। ਹੋਏ ਅਧੀਰਜ ਹੈ ਰਹਿ ਜਰ ਜਰ। ਨਾ ਤਾਂ ਇਹਦਾ ਧੀਰਮਲ ਹੈ, ਪਰ ਧੀਰਜ ਇਹਦੇ 'ਚ ਹੈ ਕੋਈ ਨਹੀਂ। ਇਹ ਜਿਹਨੂੰ ਵੀ ਦੇਖੇਗਾ ਜੈਲਸ ਦੀ, ਈਰਖਾ ਦੀ, ਨਫ਼ਰਤ ਦੀ ਨਿਗਾਹ ਨਾਲ ਦੇਖੇਗਾ, ਦੂਜਿਆਂ ਨੂੰ ਵੇਖ ਕੇ ਸੜਿਆ ਕਰੇਗਾ। ਸਾਰੀ ਉਮਰ ਇਹਦੀ ਇਸੇ ਤਰ੍ਹਾਂ ਹੀ ਬਸ ਈਰਖਾ ਵਿੱਚ ਹੀ ਲੰਘੇਗੀ। ਤਿਸੀ ਮਨਿੰਦ ਖੋਟ ਬਹੁ ਬੋਵੈ। ਜਿਵੇਂ ਹੋਰ ਦੂਜਿਆਂ ਨੇ ਬਾਬੇ ਪਿਰਥੀ ਚੰਦ ਨੇ ਕੀਤਾ ਸੀ, ਸਾਡੇ ਨਾਲ ਵੈਰਾਗ ਦਵੈਸ਼ ਕੀਤਾ ਸੀ, ਈਰਖਾ ਕੀਤੀ ਸੀ, ਇਹ ਸਾਡਾ ਪੋਤਰਾ ਵੀ ਉੱਦਾਂ ਹੀ ਬਸ ਖੋਟੇ ਬੀਜ ਬੀਜੇਗਾ। ਗੁਰ ਘਰ ਤੇ ਨਿਆਰੋ ਤਿਮ ਹੋਵੈ। ਗੁਰੂ ਘਰ ਨਾਲੋਂ ਵੱਖਰਾ ਪੰਥ ਚਲਾਏਗਾ, ਨਿਆਰਾ ਬਣ ਜਾਏਗਾ। ਸਾਧ ਸੰਗਤ ਜੀ, ਇਸ ਦੀ ਸੰਪਰਦਾ ਨੂੰ ਧੀਰਮਲੀਆਂ ਦੀ ਸੰਪਰਦਾ ਕਹਿੰਦੇ ਆ। ਮੀਣੇ ਮਸੰਦੀਏ ਧੀਰ ਮਲੀਏ ਰਾਮ ਰਾਈਏ, ਨੜੀ ਮਾਰ ਕੁੜੀ ਮਾਰ ਨਾਲ ਖਾਲਸੇ ਨੇ ਨਹੀਂ ਵਰਤਣਾ। ਇਹ ਰਹਿਤਨਾਮਿਆਂ 'ਚ ਲਿਖਿਆ ਹੋਇਆ। ਇਹ ਪੰਜਾਂ ਮੇਲਾਂ ਦਾ ਤਿਆਗ ਹੈ। ਮੀਣੇ ਕੌਣ ਨੇ? ਪਿਰਥੀ ਚੰਦ ਦੀ ਔਲਾਦ, ਜਿਨ੍ਹਾਂ ਨੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਹੁਤ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਰਬਾਰ ਸਾਹਿਬ ਆਏ ਤੇ ਦਰਵਾਜ਼ੇ ਬੰਦ ਕਰ ਲਏ। ਫਿਰ ਤੇ ਧੀਰਮਲ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ। ਇਹ ਧੀਰਮਲੀਏ। ਰਾਮ ਰਾਏ ਨੇ ਸ੍ਰੀ ਗੁਰੂ ਮਹਾਰਾਜ 8ਵੇਂ ਪਾਤਸ਼ਾਹ ਜੀ ਨਾਲ ਬਹੁਤ ਦਵੈਸ਼ ਕੀਤੀ, ਬਹੁਤ ਜ਼ਿਆਦਾ। ਬਾਅਦ 'ਚ ਭਾਵੇਂ 10ਵੇਂ ਪਾਤਸ਼ਾਹ ਕੋਲੋਂ ਮਾਫੀ ਮੰਗ ਲਈ, ਪਰ 8ਵੇਂ ਪਾਤਸ਼ਾਹ ਨਾਲ ਤਾਂ ਰਾਮ ਰਾਏ ਸਿੱਧੇ ਮੂੰਹ ਨਹੀਂ ਬੋਲਿਆ, ਰਾਗ ਦਵੈਸ਼ ਹੀ ਕਰਦਾ ਰਿਹਾ। ਤੇ ਮਹਾਰਾਜ 10ਵੇਂ ਪਾਤਸ਼ਾਹ ਕੋਲ ਰਾਮ ਰਾਏ ਆਪ ਤਾਂ ਬਖਸ਼ਿਆ ਗਿਆ, ਪਰ ਰਾਮ ਰਾਈਏ ਨਹੀਂ ਬਖਸ਼ੇ ਗਏ। ਸਤਿਗੁਰੂ ਨੇ ਬਚਨ ਕਰਤਾ, ਰਾਮ ਰਾਏ ਤੇਰੀ ਸੰਗਤ ਖੋਟੀ। ਤੇ ਰਾਮ ਰਾਈਏ ਹੁਣ ਤੱਕ ਵਿਰੋਧ ਹੀ ਕਰਦੇ ਰਹੇ। ਖਾਸ ਕਰਕੇ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਵਿਰੋਧ ਰਾਮ ਰਾਈਏ ਕਰਦੇ। ਇਹ ਸ਼ੁਰੂ ਵਿੱਚ ਤੁਸੀਂ ਇਤਿਹਾਸ ਪੜ੍ਹੋ ਨਾ, ਜਦੋਂ 10ਵੇਂ ਪਾਤਸ਼ਾਹ ਦੀ ਬਾਣੀ ਦਾ ਵਿਰੋਧ ਰਾਮ ਰਾਈਏ ਕਰਦੇ ਸੀ। ਪੰਡਤ ਤਾਰਾ ਸਿੰਘ ਜੀ ਨਰੋਤਮ ਅੱਜ ਤੋਂ 150 ਸਾਲ ਪਹਿਲਾਂ 1877 ਵਿੱਚ ਗ੍ਰੰਥ ਛਪਿਆ ਹੈ, ਗੁਰਮਤਿ ਨਿਰਣੈ ਸਾਗਰ, ਬਹੁਤ ਵੱਡਾ ਗ੍ਰੰਥ ਹੈ। ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਮਤ में एक राम राइये 10ਮ पातशाह जी की वाणी को नहीं मानत हैं और सब सिख मानत हैं। एक राम राइयां ਨੂੰ ਛੱਡ ਕੇ ਸਿੱਖ ਪੰਥ ਦਾ ਹਰ ਇੱਕ ਜਥਾ, ਹਰ ਸੰਪਰਦਾਇ, ਉਦਾਸੀ, ਨਿਰਮਲੇ, ਨਿਹੰਗ ਸਿੰਘ, ਸੇਵਾ ਪੰਥੀ ਸਾਰੇ ਮੰਨਦੇ, ਰਾਮ ਰਾਈਏ ਨਹੀਂ ਮੰਨਦੇ। ਭਾਈ ਬੁਲਾਕਾ ਸਿੰਘ ਰਾਗੀ ਨੂੰ ਘੁੜਾਣੀ ਪਿੰਡ ਦੇ ਵਿੱਚ, ਦੁਰਾਏ ਦੇ ਕੋਲ ਹੈ ਘੁੜਾਣੀ, ਗੁਰੂ 6ਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਹੈ। ਉੱਥੇ ਚੋਲਾ ਸਾਹਿਬ ਹੈ 52 ਕਲੀਆਂ ਵਾਲਾ। ਇਹ ਰਾਮ ਰਾਈਆਂ ਦਾ ਕਬਜ਼ਾ ਸੀ। ਬੁਲਾਕਾ ਸਿੰਘ ਰਾਗੀ ਨੇ ਰਹਿ ਰਾਸ ਕੀਤੀ, ਵਿੱਚ ਚੌਪਈ ਪੜ੍ਹ ਦਿੱਤੀ ਤੇ ਅਰਦਾਸ ਪ੍ਰਥਮ ਭਗਉਤੀ ਵਾਲੀ ਕੀਤੀ। ਬੁਲਾਕਾ ਸਿੰਘ ਰਾਗੀ ਦਾ ਦੁਤਾਰਾ ਭੰਨ ਦਿੱਤਾ ਤੇ ਉਹਨੂੰ ਮਾਰਿਆ ਕੁੱਟਿਆ, ਉੱਥੋਂ ਉਹਦੀ ਬੇਇੱਜ਼ਤੀ ਕੀਤੀ। ਇੱਥੋਂ ਤੱਕ ਵੀ ਕਹਿਤਾ ਵੀ ਗੁਰੂ ਗੋਬਿੰਦ ਸਿੰਘ ਦਾ ਤੂੰ ਬੜਾ ਨਾਂ ਲੈਣਾ, ਆਪਣੇ ਪੁੱਤਰ ਮਰਵਾ ਕੇ ਤੇ ਚਲਾ ਗਿਆ। ਮਾੜੇ ਸ਼ਬਦ ਬੋਲੇ। ਬੁਲਾਕਾ ਸਿੰਘ ਬੰਦੇ ਬਹਾਦਰ ਕੋਲ ਪੇਸ਼ ਹੋਇਆ
ਤੇ ਬੰਦੇ ਬਹਾਦਰ ਨੇ ਫਿਰ ਜਾ ਕੇ ਰਾਮ ਰਾਈਆਂ ਨੂੰ ਸੋਧਾ ਲਾਇਆ ਸੀ ਇਸ ਗੱਲ ਪਿੱਛੇ ਵੀ ਦਸਮ ਪਾਤਸ਼ਾਹ ਦੀ ਬਾਣੀ ਦੀ ਤੁਸੀਂ ਨਿੰਦਾ ਕਰਦੇ ਹੋ, ਲਓ ਤੁਹਾਨੂੰ ਸੋਧਾ ਲਾਣੇ। ਇਹ ਪੰਥ ਪ੍ਰਕਾਸ਼ ਵਿੱਚ ਵੀ, ਤਵਾਰੀ ਗੁਰੂ ਖਾਲਸੇ ਵਿੱਚ ਵੀ, ਸਾਰੇ ਇਤਿਹਾਸ ਵਿੱਚ ਪ੍ਰਸਿੱਧ ਸਾਖੀ ਹੈ ਵੀ ਘੁੜਾਣੀ ਬੰਦਾ ਬਹਾਦਰ ਆਪ ਜਾ ਕੇ ਉਹਨਾਂ ਨੂੰ ਸੋਧਾ ਲਾ ਕੇ ਸਿੱਧਾ ਕੀਤਾ ਸੀ, ਉਹਨਾਂ ਨੂੰ ਸਮਝਾਇਆ ਸੀ ਵੀ ਬੰਦੇ ਬਣ ਜਾਓ, ਗੁਰੂ ਕੇ ਸਿੱਖਾਂ ਨੂੰ ਨਾ ਰੋਕੋ ਬਾਣੀ ਪੜ੍ਹਨ ਤੋਂ। ਸੋ ਰਾਮ ਰਾਈਏ ਵਿਰੋਧੀ ਰਹੇ ਹਨ, ਹੁਣ ਤੱਕ ਵੀ ਉਸੇ ਤਰ੍ਹਾਂ ਹੀ ਕਰਦੇ ਹਨ। ਫਿਰ ਸਾਧ ਸੰਗਤ ਜੀ ਜਿਹੜੇ ਨੜੀ ਮਾਰ ਕੁੜੀ ਮਾਰ ਉਹ ਹਨ ਜਿਹੜੇ ਤੰਬਾਕੂ ਪੀਂਦੇ, ਹੁੱਕਾ ਪੀਂਦੇ, ਨੜੀ ਫੂਕਦੇ ਹੈ ਅਤੇ ਨਾਲ ਕੁੜੀਆਂ ਜੰਮਦੀਆਂ ਧੀਆਂ ਨੂੰ ਮਾਰ ਦਿੰਦੇ। ਉਹਨਾਂ ਨਾਲ ਖਾਲਸੇ ਨੇ ਨਹੀਂ ਵਰਤਣਾ, ਇਹ ਬਚਨ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਪੰਜਾਂ ਪਿਆਰਿਆਂ ਦੇ ਰੂਪ 'ਚ ਹੁਣ ਵੀ ਕਹਿੰਦੇ ਆ। ਸੋ ਇਹ ਧੀਰਮਲ ਨੂੰ ਛੇਵੇਂ ਪਾਤਸ਼ਾਹ ਭਵਿੱਖ ਬਚਨ ਦੱਸ ਰਹੇ ਨੇ, ਕਹਿੰਦੇ ਇਹਨੇ ਪੁੱਠੇ ਹੀ ਤੁਰਨਾ, ਇਹ ਸਾਡਾ ਪੋਤਰਾ ਸਾਡਾ ਤਾਇਆ ਹੀ ਦੁਬਾਰਾ ਜੰਮ ਪਿਆ ਹੈ। ਗੁਰ ਘਰ ਤੇ ਨਿਆਰੋ ਤਿਮ ਹੋਵੇ, ਜਿਵੇਂ ਸਾਡਾ ਤਾਇਆ ਵੱਖਰਾ ਚੱਲਿਆ ਸਾਰੀ ਉਮਰ, ਉਹਨੇ ਵੱਖਰੀ ਸੰਪਰਦਾ ਚਲਾਈ ਹੈ, ਇਹ ਵੀ ਵੱਖਰੀ ਚਲਾਵੇਗਾ। ਸ੍ਰੀ ਪਰਮੇਸ਼ਰ ਇਮ ਹੀ ਭਾਵੈ। ਮਹਾਰਾਜ ਕਹਿੰਦੇ ਭਾਈ ਭਾਣਾ ਜੀ, ਭਾਈ ਜੋਧ ਰਾਏ ਜੀ, ਵਾਹਿਗੁਰੂ ਨੂੰ ਮਨਜ਼ੂਰ ਹੀ ਇੱਦਾਂ, ਪਰ ਧੱਕੇ ਖਾ ਖਾ ਕੇ ਮੇਰੇ ਪੰਥ ਦੀ ਸ਼ਰਨ ਪੈਣਗੇ। ਜਦੋਂ ਫਿਰ ਸਾਧ ਸੰਗਤ ਜੀ ਆ ਕੇ ਨਾਸਰ ਅਲੀ ਨੇ ਕਰਤਾਰਪੁਰ ਸਾਹਿਬ ਅੱਗ ਲਾਤੀ, ਥੰਮ ਸਾਹਿਬ ਸਾੜ ਦਿੱਤਾ, ਅਤੇ ਸੋਢੀ ਵਡਭਾਗ ਰਾਏ ਜੀ, ਬਾਬਾ ਵਡਭਾਗ ਸਿੰਘ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹ ਬਾਬੇ ਧੀਰਮਲ ਦੇ 5ਵੀਂ ਪੀੜ੍ਹੀ ਹੋਏ ਨੇ, ਪੋਤਿਆਂ ਦੇ ਵੀ ਗਾਂਹ ਪੋਤੇ ਸਨ। ਉਹਨਾਂ ਨੇ ਫਿਰ ਬੁੱਢੇ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਸਾਨੂੰ ਬਦਲਾ ਲੈ ਕੇ ਦਿਓ ਨਾਸਰ ਅਲੀ ਕੋਲੋਂ, ਅਤੇ ਬਾਬਾ ਜੱਸਾ ਸਿੰਘ ਜੀ ਦਲ ਨੂੰ ਲੈ ਕੇ ਜਲੰਧਰ 'ਤੇ ਹਮਲਾ ਕੀਤਾ, ਨਾਸਰ ਅਲੀ ਨੂੰ ਮਾਰਿਆ, ਉਹਦਾ ਸ਼ਹਿਰ ਸਾਰਾ ਕਬਜ਼ੇ 'ਚ ਕੀਤਾ, ਜਲੰਧਰ 'ਤੇ ਕਬਜ਼ਾ ਕੀਤਾ ਖਾਲਸੇ ਨੇ। ਅਤੇ ਬਾਬਾ ਵਡਭਾਗ ਰਾਏ ਜੀ ਬੇਨਤੀ ਕੀਤੀ, ਖਾਲਸਾ ਜੀ ਸਾਡੇ ਕੋਲ ਆ ਕੇ ਲੰਗਰ ਛਕੋ। ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਪੰਥ ਦੀ ਮਰਜ਼ਾਦਾ ਹੈ ਵੀ ਤੁਹਾਡੇ ਨਾਲ ਤਾਂ ਵਰਤਣਾ ਜੇ ਖੰਡੇ ਦਾ ਅੰਮ੍ਰਿਤ ਛਕੋਗੇ ਤਾਂ। ਫਿਰ ਬਾਬਾ ਵਡਭਾਗ ਰਾਏ ਜੀ ਖਾਲਸੇ ਕੋਲ 4 ਭਰਾਵਾਂ ਨੇ ਅੰਮ੍ਰਿਤ ਛਕਿਆ, ਧੀਰਮਲੀਆਂ ਨੇ, ਪੰਥ ਵਿੱਚ ਸ਼ਾਮਲ ਹੋਏ, ਬਾਬਾ ਵਡਭਾਗ ਸਿੰਘ ਜੀ ਬਣੇ। ਇਹ ਸਾਰਾ ਇਤਿਹਾਸ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਆਉਣ ਵਾਲੇ ਦਾ ਪਹਿਲਾਂ ਹੀ ਦੱਸਤਾ, ਕਹਿੰਦੇ ਇਹਨੇ ਪੁੱਠੇ ਹੀ ਤੁਰਨਾ, ਇਹਨੇ ਸਾਡੇ ਨਾਲ ਨਹੀਂ ਰਲਣਾ। ਸਭ ਮਹਿ ਹਰੀ ਰਾਏ ਵਡਿਆਵੈ, ਵਡਿਆਈ ਹਰੀ ਰਾਏ ਨੂੰ ਮਿਲਣੀ ਹੈ। ਹਰੀ ਰਾਏ ਸਾਡਾ ਛੋਟਾ ਪੋਤਰਾ, ਉਹ ਵੱਡਾ ਹੋਵੇਗਾ। ਗੁਰਤਾ ਗੱਦੀ ਤੱਕ ਇਸ਼ਾਰਾ ਦੇਤਾ ਮਹਾਰਾਜ ਨੇ ਵੀ ਉਹਨੂੰ ਹੀ ਇਹ ਗੱਲ, ਇਹ ਜਿਹੜੀ ਅਜਰ ਨੂੰ ਜਰਨ ਦੀ ਸ਼ਕਤੀ ਹੈ ਉਹਦੇ ਕੋਲ ਹੈ। ਨਹੀਂ ਅਪਰ ਕੇ ਹੈ ਕੁਛ ਹਾਥ, ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਵਡਿਆਈਆਂ ਦੇਣ ਵਾਲਾ ਹੈ, ਜਿਸ ਨੂੰ ਵਡਿਆਈ ਦੇਵੇ ਉਹਨੂੰ ਮਿਲਦੀ ਹੈ। ਹੋਰ ਕਿਸੇ ਦੇ ਨਾ ਖੋਇਆ ਮਿਲਦੀ ਹੈ, ਨਾ ਦਿਆਂ ਮਿਲਦੀ ਹੈ। ਨਾ ਕੋਈ ਵਡਿਆਈ ਦੇ ਸਕਦਾ ਅਤੇ ਨਾ ਕੋਈ ਕਿਸੇ ਤੋਂ ਵਡਿਆਈ ਲੈ ਸਕਦਾ। ਵਡਿਆਈਆਂ ਦੇਣ ਵਾਲਾ ਪਰਮੇਸ਼ਰ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਉਸ ਪਰਮੇਸ਼ਰ ਨੇ ਸ੍ਰੀ ਹਰਿ ਰਾਏ ਜੀ ਨੂੰ ਵਡਿਆਈ ਦੇਣੀ ਹੈ, ਹੋਰ ਕੋਈ ਨਹੀਂ ਦੇ ਸਕਦਾ, ਕੋਈ ਨਹੀਂ ਲੈ ਸਕਦਾ। ਕਰਹਿ ਕਰਾਵਹਿ ਸ੍ਰੀ ਜਗਨਨਾਥ, ਕਰਨ ਕਰਾਉਣ ਵਾਲਾ ਉਹ ਮਹਾਰਾਜ ਅਕਾਲ ਪੁਰਖ ਜਗਤ ਦਾ ਮਾਲਕ ਹੈ। ਆਜ ਲਗਹਿ ਸਗਰੋ ਦਰਬਾਰਾ, ਮਹਾਰਾਜ ਕਹਿੰਦੇ ਅੱਜ ਦਰਬਾਰ ਲੱਗੇਗਾ, ਸੰਗਤਾਂ ਸਾਰੀਆਂ ਆਉਣਗੀਆਂ, ਭੋਗ ਪਾਵਾਂਗੇ, ਕੀਰਤਨ ਹੋਵੇਗਾ, ਅਰਦਾਸ ਬੇਨਤੀ ਬਾਬਾ ਗੁਰਦਿੱਤਾ ਜੀ ਦੇ ਨਿਮਿਤ ਹੋਵੇਗੀ, ਉਸ ਤੋਂ ਬਾਅਦ ਦਸਤਾਰਬੰਦੀ ਹੋਵੇਗੀ। ਬੈਠਾ ਰਹੋ ਇਨ ਸਭਾ ਮਝਾਰਾ, ਸਾਡੇ ਵੱਲੋਂ ਤਾਂ ਤੁਹਾਨੂੰ ਇਹ ਰਾਏ ਹੈ। ਛੇਵੇਂ ਪਾਤਸ਼ਾਹ ਬਾਬਾ ਭਾਨਾ ਜੀ ਨੂੰ ਕਹਿ ਰਹੇ। ਬਾਬਾ ਭਾਨਾ ਜੀ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੇ ਵੱਡੇ ਸਪੁੱਤਰ ਸਨ, ਉਹਨਾਂ ਨੂੰ ਬਾਬਾ ਬੁੱਢਾ ਜੀ ਤੋਂ ਬਾਅਦ ਉਹੀ ਰੁਤਬਾ ਦਿੱਤਾ ਗਿਆ ਸੀ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਕੋਲ ਸੀ। ਸਤਿਗੁਰੂ ਆਪ ਉਹਨਾਂ ਦਾ ਆਦਰ ਕਰਦੇ ਸਨ, ਆਪ ਨਹੀਂ ਸੀ ਕਹਿੰਦੇ ਵੀ ਇੱਦਾਂ ਕਰੋ, ਕਹਿੰਦੇ ਜੇ ਤੁਹਾਡੀ ਮਰਜ਼ੀ ਹੋਵੇ ਤੁਸੀਂ ਇੱਦਾਂ ਕਰੋ। ਸਤਿਗੁਰੂ ਕਹਿੰਦੇ ਭਾਈ ਭਾਨਾ ਜੀ ਜੇ ਤੁਸੀਂ ਸਾਨੂੰ ਪੁੱਛਿਆ ਤਾਂ ਫਿਰ ਸਾਹਿਬਜ਼ਾਦਾ ਛੋਟਾ ਸ੍ਰੀ ਹਰਿ ਰਾਏ ਸਾਡਾ ਪੋਤਾ, ਉਹਨੂੰ ਅੱਜ ਦਰਬਾਰ ਵਿੱਚ ਬਿਠਾ ਦਿਓ। ਦੇਹੋ ਦਸਤਾਰ ਬੰਧਾਵਨ ਕੀਜੈ, ਸ੍ਰੀ ਹਰਿ ਰਾਏ ਸਾਹਿਬ ਨੂੰ ਦਸਤਾਰ ਦੇ ਦਿਓ। ਜੇ ਧੀਰਮਲ ਨਹੀਂ ਆਉਂਦਾ ਤਾਂ ਉਹਦੀ ਮਰਜ਼ੀ,
ਛੋਟੇ ਭਾਈ ਨੂੰ ਅਸੀਂ ਮਨਜ਼ੂਰ ਕਰਦੇ ਹਾਂ, ਪ੍ਰਵਾਨ ਕਰਦੇ ਹਾਂ, ਇਹਨੂੰ ਤੁਸੀਂ ਦਸਤਾਰਬੰਦੀ ਕਰਾ ਦਿਓ, ਵਡਿਆ ਬਹੁ ਸਭ ਮਹਿ ਦਿਖ ਰੀਜੈ। ਇਹਨੂੰ ਵਡਿਆ ਦਿਓ, ਸਾਰਿਆਂ ਨੂੰ ਪਤਾ ਲੱਗ ਜਾਏਗਾ ਸੰਗਤਾਂ ਨੂੰ ਵੀ ਕਹਿਣੇ ਵਿੱਚ ਕੌਣ ਹੈ ਤੇ ਕਹਿਣੇ ਤੋਂ ਬਾਹਰ ਕੌਣ ਹੈ। ਸੁੰਦਰ ਪਰਮਾਨੰਦ ਤਬ ਆਏ। ਇਹਨੇ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਪੜ ਪੋਤਰੇ ਬਾਬਾ ਸੁੰਦਰ ਜੀ ਤੇ ਭਾਈ ਪਰਮਾਨੰਦ ਜੀ ਦੋਵੇਂ ਆ ਗਏ। ਸਾਦਰ ਆਪਣੇ ਨਿਕਟ ਬਿਠਾਏ। ਭਾਈ ਪਰਮਾਨੰਦ ਜੀ ਤੇ ਭਾਈ ਸੁੰਦਰ ਜੀ ਇਹ ਗੋਇੰਦਵਾਲ ਸਾਹਿਬ ਵਾਲੇ ਭੱਲੇ ਸਾਹਿਬਜ਼ਾਦੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਬੜੇ ਸਤਿਕਾਰ ਨਾਲ ਇਹਨਾਂ ਨੂੰ ਆਪਣੇ ਕੋਲ ਬਿਠਾਇਆ, ਕਿਉਂਕਿ ਵੱਡੇ ਗੁਰੂਆਂ ਦੀ ਔਲਾਦ ਨੂੰ ਮਹਾਰਾਜ ਸਤਿਕਾਰ ਦਿੰਦੇ ਸਨ। ਵੱਡੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ, ਪੋਤਰੇ ਬਾਬਾ ਧਰਮ ਚੰਦ ਜੀ, ਪੜਪੋਤਰੇ ਬਾਬਾ ਮੇਹਰ ਚੰਦ ਜੀ, ਬਾਬਾ ਦਤਾਰ ਚੰਦ ਜੀ, ਮਾਣਕ ਚੰਦ ਜੀ, ਉਹ ਜਦੋਂ ਵੀ ਆਉਂਦੇ ਸੀ ਗੁਰੂ ਸਾਹਿਬ ਸੋਨੇ ਦੇ ਕੜੇ ਉਹਨਾਂ ਨੂੰ ਪਾਇਆ ਕਰਦੇ ਸੀ ਸਤਿਕਾਰ ਨਾਲ। ਫਿਰ ਜਦੋਂ ਬਾਬਾ ਦਾਤੂ ਜੀ, ਦਾਸੂ ਜੀ ਅੱਗੋਂ ਉਹਨਾਂ ਦੇ ਸਾਹਿਬਜ਼ਾਦੇ ਆਉਂਦੇ ਸੀ ਗੁਰੂ ਘਰ 'ਚ, ਉਹਨਾਂ ਦਾ ਵੀ ਸਤਿਕਾਰ ਉੱਦਾਂ ਹੀ ਹੁੰਦਾ ਸੀ। ਗੁਰੂ ਅਮਰਦਾਸ ਸਾਹਿਬ ਦੀ ਅੰਸ ਬੰਸ ਆਉਂਦੇ ਸੀ, ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਇਹਨਾਂ ਨੂੰ ਵੀ ਮਹਾਰਾਜ ਉੱਦਾਂ ਹੀ ਸਤਿਕਾਰ ਦਿੰਦੇ ਸਨ। ਬੜੀ ਇੱਜ਼ਤ ਦੇ ਨਾਲ ਮਹਾਰਾਜ ਨੇ ਦੋਵਾਂ ਨੂੰ ਬਿਠਾਇਆ ਹੈ। ਬੂਝੇ ਦਾਤੂ ਸੁਤ ਨਹਿ ਆਇਓ। ਤੇ ਮਹਾਰਾਜ ਪੁੱਛਦੇ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੋਤਰੇ ਨਹੀਂ ਆਏ, ਦਾਤੂ ਦੇ ਪੁੱਤਰ? ਸੁਣਿਆ ਸੀ ਵੀ ਆ ਰਹੇ ਨੇ, ਪਰ ਤੁਸੀਂ ਇਕੱਲੇ ਆ ਗਏ ਹੋ, ਉਹਨਾਂ ਨੂੰ ਕਿਉਂ ਨਹੀਂ ਲੈ ਕੇ ਆਏ? ਕਹਾਂ ਕਾਜ ਜਿਸ ਮਹਿ ਬਿਰਮਾਇਓ। ਕਿਹੜੇ ਕੰਮ 'ਚ ਫਸ ਗਏ ਨੇ ਵੀ ਆ ਨਹੀਂ ਸਕੇ? ਕਿਉਂਕਿ ਸਾਡੇ ਨਾਲ ਤਾਂ ਉਹਨਾਂ ਦਾ ਪ੍ਰੇਮ ਬੜਾ ਹੈ। ਜਦੋਂ ਅਸੀਂ ਖਡੂਰ ਸਾਹਿਬ ਜਾਂਦੇ ਹਾਂ ਤਾਂ ਉਹ ਸਾਨੂੰ ਆਪਣੇ ਕੋਲ ਇੱਕ ਰਾਤ ਰੱਖੇ ਤੋਂ ਬਿਨਾਂ ਅੱਗੇ ਨਹੀਂ ਜਾਣ ਦਿੰਦੇ ਸੀ। ਇੱਕ ਰਾਤ ਜ਼ਰੂਰ ਘੱਟੋ ਘੱਟ ਕਹਿੰਦੇ ਹੁੰਦੇ ਸੀ ਵੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਦਰਬਾਰ 'ਚ ਇੱਕ ਰਾਤ ਤਾਂ ਰਹਿ ਕੇ ਜਾਓ। ਛੇਵੇਂ ਪਾਤਸ਼ਾਹ ਵੀ ਤੇ ਪੰਜਵੇਂ ਪਾਤਸ਼ਾਹ ਵੀ ਉੱਥੇ ਰਾਤ ਰਹਿੰਦੇ ਸੀ। ਪ੍ਰਸ਼ਾਦੇ ਦੀ ਸੇਵਾ ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਦੇ ਪਰਿਵਾਰ ਵੱਲੋਂ, ਯਾਨੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਪੋਤਰਿਆਂ ਵੱਲੋਂ ਹੁੰਦੀ ਸੀ। ਅਤੇ ਜੇ ਕੋਈ ਦੁੱਖ ਸੁੱਖ ਹੁੰਦਾ ਸੀ ਤਾਂ ਵੀ ਆਉਂਦੇ ਸੀ, ਵਿਆਹ ਸ਼ਾਦੀ 'ਚ ਵੀ ਆਉਂਦੇ ਸੀ। ਐਤਕੀ ਕੀ ਗੱਲ ਬਣੀ ਹੈ ਵੀ ਸਾਡੇ ਪੁੱਤਰ ਦੇ ਭੋਗ 'ਤੇ ਆਏ ਨਹੀਂ? ਸੁਨ ਗੁਰ ਤੇ ਸਭ ਵਿਖੈ ਬਤਾਵਾ। ਬਾਬਾ ਸੁੰਦਰ ਜੀ ਤੇ ਬਾਬਾ ਪਰਮਾਨੰਦ ਜੀ ਗੁਰੂ ਸਾਹਿਬ ਤੋਂ ਇਹ ਬਚਨ ਸੁਣ ਕੇ ਸਾਰੀ ਸੰਗਤ 'ਚ ਹੀ ਦੱਸ ਦਿੱਤਾ। ਧੀਰ ਮਲ ਜਿਵੇਂ ਚਹਿਤ ਹਟਾਵਾ। ਕਿ ਮਹਾਰਾਜ ਗੱਲ ਇਉਂ ਹੈ ਵੀ ਬਾਬਾ ਜੀ ਆਏ ਸੀਗੇ, ਦਾਤੂ ਦਾ ਪੁੱਤਰ ਗੁਰੂ ਅੰਗਦ ਦੇਵ ਦਾ ਪੋਤਾ ਆਇਆ ਸੀ ਅਤੇ ਸਾਡੇ ਨਾਲ ਹੀ ਆਏ ਸੀ। ਅਸੀਂ ਰਾਤ ਰੁਕ ਗਏ ਕਰਤਾਰਪੁਰ ਸਾਹਿਬ। ਧੀਰ ਮੱਲ ਨੇ ਸਾਨੂੰ ਵੀ ਕਿਹਾ ਵੀ ਤੁਸੀਂ ਉੱਥੇ ਕੀਰਤਪੁਰ ਭੋਗ 'ਤੇ ਨਾ ਜਾਓ। ਅਸੀਂ ਤਾਂ ਉਹਦੀ ਗੱਲ ਮੰਨੀ ਨਹੀਂ, ਪਰ ਉਹ ਉਹਨਾਂ ਦੀਆਂ ਗੱਲਾਂ 'ਚ ਆ ਗਏ। ਗੁਰੂ ਅੰਗਦ ਦੇਵ ਜੀ ਦੇ ਪੋਤਰੇ ਨੂੰ ਬਾਬੇ ਧੀਰ ਮੱਲ ਨੇ ਉੱਥੇ ਹੀ ਰੱਖ ਲਿਆ, ਇਹ ਤੁਹਾਡੇ ਕੋਲ ਆ ਨਹੀਂ ਸਕੇ। ਉਹ ਹਮਨੇ ਕਪਟ ਜਾਣ ਤੇ ਲੀਨ। ਅਸੀਂ ਉਹਦੇ ਦਿਲ ਦਾ ਕਪਟ ਜਾਣ ਗਏ ਸੀ। ਉਹਦੀਆਂ ਗੱਲਾਂ ਬੜੀਆਂ ਹੈ ਤੇ ਮਿੱਠੀਆਂ ਕਰਦਾ ਸੀ ਧੀਰ ਮੱਲ। ਸਾਨੂੰ ਉਹਨੇ ਪ੍ਰਸ਼ਾਦਾ ਪਾਣੀ ਵੀ ਬੜੇ ਪ੍ਰੇਮ ਨਾਲ ਛਕਾਇਆ, ਮੰਜੇ ਬਿਸਤਰੇ ਵੀ ਵਧੀਆ ਦਿੱਤੇ, ਰਾਤ ਸਾਡੀ ਸੇਵਾ ਵੀ ਬੜੀ ਕੀਤੀ। ਕਿਉਂਕਿ ਬਾਬਾ ਸੁੰਦਰ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਬਹੁਤ ਪੁਰਾਤਨ ਸਿੱਖ ਸਨ। ਗੁਰੂ ਅਮਰਦਾਸ ਦੇ ਪੜਪੋਤਰੇ ਸਨ। ਉਹਨਾਂ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਬਾਬਾ ਸੁੰਦਰ ਜੀ ਦੀ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ। ਰਾਮ ਕਲੀ ਸਾਧ 923 ਅੰਗ 'ਤੇ ਹੈ। ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਏਗੀ ਉਹਨਾਂ ਦਾ ਕਿੱਡਾ ਰੁਤਬਾ ਹੋਵੇਗਾ, ਇਹ ਤਾਂ ਆਪਾਂ ਜਾਣਦੇ ਹੀ ਹਾਂ। ਅਤੇ ਦੂਜੇ ਭਾਈ ਪਰਮਾਨੰਦ ਜੀ, ਉਹ ਵੀ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਹਨ, ਅੰਸ ਬੰਸ ਹੈ ਸਤਿਗੁਰਾਂ ਦੀ। ਅਤੇ ਇਹ ਦੱਸ ਰਹੇ ਨੇ, ਕਹਿੰਦੇ ਵੀ ਸਾਨੂੰ ਉਹਨੇ ਸੇਵਾ ਤਾਂ ਬੜੀ ਕੀਤੀ ਧੀਰ ਮੱਲ ਨੇ, ਅਤੇ ਬਾਪੂ ਜੀ ਕਰਕੇ ਗੱਲਾਂ ਕਰਦਾ ਸੀ। ਅਤੇ ਇਹ ਵੀ ਕਹਿੰਦਾ ਸੀ ਵੀ ਬਾਪੂ ਜੀ ਤੁਸੀਂ ਛੇਵੇਂ ਪਾਤਸ਼ਾਹ ਕੋਲ ਨਾ ਜਾਓ, ਉੱਥੇ ਗਿਆ ਸਰਕਾਰ ਤੁਹਾਡੇ ਖਿਲਾਫ ਹੋ ਜਾਏਗੀ। ਕਿਉਂਕਿ ਛੇਵੇਂ ਪਾਤਸ਼ਾਹ ਨੇ ਲੱਖ ਤੋਂ ਵੱਧ ਬੰਦਾ ਮਾਰਿਆ ਸਰਕਾਰ ਦਾ, ਅਤੇ ਬਾਦਸ਼ਾਹ ਇਸ ਗੱਲ ਤੋਂ ਖਫਾ ਹੈ। ਜੇ ਤੁਸੀਂ ਗੁਰੂ ਘਰ 'ਚ ਜਾਓਗੇ ਤਾਂ ਸਰਕਾਰ ਤੁਹਾਨੂੰ ਤੰਗ ਕਰੇਗੀ। ਕਹਿਓ ਬਹੁਤ ਨਹਿ ਮਾਨਿਓ ਚੀਨ। ਉਹਨੇ ਸਾਨੂੰ ਤੇ ਬੜਾ ਕਿਹਾ ਸੀ ਵੀ ਨਾ ਕੀਰਤਪੁਰ ਜਾਓ, ਪਰ ਅਸੀਂ ਉਹਦੀ ਮੰਨੀ ਨਹੀਂ। ਅਸੀਂ ਪਛਾਣ ਗਏ ਸੀ ਵੀ ਇਹਦੇ ਦਿਲ 'ਚ ਕੋਈ ਖੋਟ ਹੈ,
ਇਹ ਗੁਰੂ ਤੋਂ ਬੇਮੁਖ ਹੋ ਚੁੱਕਾ ਹੈ। ਨਿਸਮਹਿ ਦਾਤੂ ਸੁਤ ਸਮਝਾਇਓ। ਸਾਨੂੰ ਤਾਂ ਉਹ ਮਨਾ ਨਹੀਂ ਸਕਿਆ, ਪਰ ਬਾਬਾ ਦਾਤੂ ਜੀ ਦੇ ਪੁੱਤਰ ਨੂੰ, ਗੁਰੂ ਅੰਗਦ ਦੇਵ ਜੀ ਦੇ ਪੋਤਰੇ ਨੂੰ ਉਹਨੇ ਆਪਣੀਆਂ ਗੱਲਾਂ 'ਚ ਲਾ ਲਿਆ ਚਤੁਰਾਈ ਛਲ ਸਾਥ ਹਟਾਇਓ। ਤੇ ਬੜੇ ਚਤੁਰਾਈ ਚਲਾਕੀ ਹੁਸ਼ਿਆਰੀ ਨਾਲ ਸਤਿਗੁਰਾਂ ਦੇ ਪੋਤਰੇ ਨੂੰ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੋਤੇ ਨੂੰ ਹਟਾ ਲਿਆ ਵੀ ਨਾ ਜਾਓ ਕੀਰਤਪੁਰ, ਉੱਥੇ ਕਰਤਾਰਪੁਰ ਹੀ ਰੱਖ ਲਿਆ। ਨਿਕਟ ਆਪਨੇ ਰਾਖਿਓ ਤਾਹੀਂ। ਆਪਣੇ ਕੋਲ ਰੱਖ ਲਿਆ, ਕਹਿੰਦੇ ਇੱਥੇ ਹੀ ਆਪਾਂ ਭੋਗ ਪਾਵਾਂਗੇ, ਬਾਣੀ ਪੜਾਂਗੇ, ਕੀਰਤਨ ਕਰਾਂਗੇ, ਲੰਗਰ ਲਾਵਾਂਗੇ, ਇੱਥੇ ਰਹੋ ਤੁਸੀਂ। ਸਾਨੂੰ ਵੀ ਰੱਖਣਾ ਚਾਹੁੰਦਾ ਸੀ ਕਰਤਾਰਪੁਰ, ਪਰ ਗੁਰੂ ਜੀ ਸਾਡੇ ਕੋਲੋਂ ਰਿਹਾ ਨਹੀਂ ਗਿਆ ਉੱਥੇ। ਮੁਝ ਤੇ ਬਿਨ ਕਹਿ ਕੇ ਢਿਗ ਜਾਹੇ। ਹਾਂ, ਕਿਉਂਕਿ ਉਹਦੇ ਮਨ ਵਿੱਚ ਇਹ ਸੀ ਵੀ ਮੇਰੇ ਕੋਲ ਰਹਿਣ, ਮੈਂ ਇੱਥੇ ਪ੍ਰੋਗਰਾਮ ਕਰਾਂਗਾ ਬਾਬੇ ਗੁਰਦਿੱਤੇ ਦੀ, ਆਪਣੇ ਪਿਓ ਦੀ ਯਾਦ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਉਹਦੇ ਕੋਲ ਹੈ, ਪਾਠ ਵੀ ਉਹਨੇ ਕਰਾਉਣਾ ਤੇ ਉੱਥੇ ਭੋਗ ਪਵਾਉਣਾ। ਇਹਦਾ ਮਤਲਬ ਇਹ ਹੈ ਵੀ ਉਹ ਚਾਹੁੰਦਾ ਵੀ ਮੇਰੇ ਕੋਲ ਵੱਡਾ ਦੀਵਾਨ ਲੱਗੇਗਾ, ਪੱਗ ਮੈਂ ਇੱਥੇ ਆਪੇ ਹੀ ਬੰਨ੍ਹ ਲਾਂਗਾ ਤੇ ਗੁਰੂ ਮਹਾਰਾਜ ਦੇ ਪੁੱਤਰ ਪੋਤਰਿਆਂ ਵੱਲੋਂ ਵੀ ਵਿੱਚ ਹਾਜ਼ਰੀ ਹੋ ਜਾਏਗੀ, ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੇ। ਉਹ ਸਾਡੀ ਮੋਹਰ ਲਵਾਉਣੀ ਚਾਹੁੰਦਾ ਸੀ। ਅਸੀਂ ਤਾਂ ਨਹੀਂ ਲਾਈ, ਪਰ ਬਾਬੇ ਦਾਤੂ ਦੇ ਪੁੱਤਰ ਨੇ ਉੱਥੇ ਲਾ ਕੇ ਸਮਝੋ ਉਹਨੂੰ ਮੋਹਰ ਲਾ ਦੇਣੀ ਹੈ। ਵੱਡੋ ਪੁੱਤਰ ਮੈਂ ਉਚਿਤ ਵਡਾਈ। ਇਹੀ ਕਹਿੰਦਾ ਸੀ ਧੀਰਮਲ ਵੀ ਵੱਡਾ ਪੁੱਤਰ ਮੈਂ ਹਾਂ, ਵਡਿਆਈ ਮੈਨੂੰ ਮਿਲਣੀ ਚਾਹੀਦੀ ਹੈ। ਨਿਕਟ ਗ੍ਰੰਥ ਤੇ ਲਈ ਗੁਰਾਈ। ਇਹ ਵੀ ਇਹ ਕਹਿੰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਤੇ ਮੇਰੇ ਕੋਲ ਹੈ, ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਹੋਵੇਗਾ ਉਹੀ ਗੁਰੂ ਬਣੇਗਾ। ਤਾਂ ਮੈਂ ਗੁਰੂ ਗ੍ਰੰਥ ਸਾਹਿਬ ਮੇਰੇ ਪੜਦਾਦਾ ਜੀ ਦਾ ਲਿਖਿਆ ਹੋਇਆ, ਗੁਰੂ ਅਰਜਨ ਦੇਵ ਜੀ ਦਾ, ਉਹ ਮੇਰੇ ਕੋਲ ਹੈ। ਅਹੈ ਪਿਤਾਮਾ ਕੇਤਕ ਦਿਨ ਕੇ। ਇਹ ਵੀ ਕਹਿੰਦਾ ਸੀ ਵੀ ਦਾਦਾ ਜੀ ਤੇ ਹੁਣ ਕੁਝ ਦਿਨਾਂ ਦੇ ਪ੍ਰਾਹੁਣੇ ਹਨ। ਦੇਖੋ ਸਾਧ ਸੰਗਤ ਜੀ, ਧੀਰਮਲ ਦੀ ਨੀਚ ਬਿਰਤੀ ਕਿੱਥੋਂ ਤਾਈਂ ਹੋ ਗਈ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਵੀ ਤੋਰਨਾ ਚਾਹੁੰਦਾ, ਕਹਿੰਦਾ ਦਾਦਾ ਜੀ ਦੇ ਹੁਣ ਕੁਝ ਦਿਨਾਂ ਦੇ ਹਨ, ਉਸ ਤੋਂ ਬਾਅਦ ਤੇ ਗੱਦੀ ਮੇਰੀ ਹੈ। ਮੈਂ ਪੁਜਵਾਵੋਂ ਪੁਨ ਗੁਰ ਬਨ ਕੇ। ਫਿਰ ਮੈਂ ਹੀ ਗੁਰੂ ਬਣਨਾ, ਮੇਰੀ ਪੂਜਾ ਹੋਣੀ ਹੈ ਤੇ ਤੁਸੀਂ ਮੇਰੇ ਨਾਲ ਬਣਾ ਕੇ ਰੱਖੋਗੇ ਤੇ ਤੁਹਾਡੀ ਵੀ ਇੱਜ਼ਤ ਬਣੀ ਰਹੇਗੀ। ਤੇ ਮੈਨੂੰ ਇਸ ਕਰਕੇ ਸਾਨੂੰ ਉੱਥੇ ਰੱਖਣਾ ਚਾਹੁੰਦਾ ਸੀ। ਕੌਣ ਹਟਾਏ ਸਕੈ ਗੁਰਿਆਈ। ਹਾਂ, ਉਹ ਕਹਿੰਦਾ ਸੀ ਮੇਰੀ ਗੁਰਿਆਈ ਨੂੰ ਕੋਈ ਨਹੀਂ ਹਟਾ ਸਕਦਾ, ਮੇਰੀ ਗੁਰਤਾ ਗੱਦੀ ਪੱਕੀ ਹੈ, ਗੁਰੂ ਗ੍ਰੰਥ ਸਾਹਿਬ ਜੋ ਮੇਰੇ ਕੋਲ ਹੈ। ਗ੍ਰੰਥ ਪ੍ਰਤਾਪ ਸਾਥ ਮੈਂ ਪਾਈ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਭਾਈ ਗੁਰਦਾਸ ਜੀ ਦੇ ਹੱਥਾਂ ਦਾ ਲਿਖਿਆ ਹੋਇਆ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ, ਇਸ ਕਰਕੇ ਅਸੀਂ ਗੁਰੂ ਬਣਾਂਗੇ, ਪੱਕੀ ਗੱਲ ਹੈ। ਇਤਿਆਦਿਕ ਬਾਖਨ ਕੋ ਕਹੈ। ਇਸ ਤਰ੍ਹਾਂ ਦੇ ਬਚਨ ਧੀਰਮਲ ਕਰਦਾ ਸੀ। ਗਰਭ ਵਿਸਾਲ ਹਿਰਦੈ ਜਿਸ ਅਹੈ। ਪਰ ਮਨ ਵਿੱਚ ਹੰਕਾਰ ਬੜਾ ਸੀ ਧੀਰਮਲ ਦੇ, ਉਹਦੀਆਂ ਗੱਲਾਂ ਤੋਂ ਹੰਕਾਰ ਦੀ ਬੂ ਆਉਂਦੀ ਸੀ। ਉਹ ਲੱਗਦਾ ਸੀ ਵੀ ਉਹ ਆਪਣੇ ਆਪ ਨੂੰ ਗੁਰੂ ਮੰਨ ਬੈਠਾ, ਵੀ ਮੈਂ ਗੁਰੂ ਬਣ ਚੁੱਕਾ ਹਾਂ। ਸੁਨ ਭਾਨਾ ਸਾਹਿਬ ਤੇ ਆਦ। ਸਾਧ ਸੰਗਤ ਜੀ, ਭਾਈ ਭਾਨਾ, ਭਾਈ ਜੋਧ ਰਾਏ ਸਾਰੇ ਕੋਲ ਬੈਠੇ। ਜਦੋਂ ਇਹ ਗੱਲ ਸੁਣੀ ਸਾਰਿਆਂ ਦੀ, ਕਪਟ ਜਾਣ ਤਿਸ ਭੇ ਬਿਸਮਾਦ। ਸਾਰੇ ਹੈਰਾਨ ਹੋ ਗਏ ਵੀ ਧੀਰਮਲ ਇੰਨਾ ਕਪਟੀ ਹੈ, ਇੰਨੀ ਛੋਟੀ ਉਮਰ 'ਚ ਇੰਨੀਆਂ ਗੱਲਾਂ ਉਹਨੂੰ ਕਿਵੇਂ ਆ ਗਈਆਂ। ਇਸ ਉਮਰ 'ਚ ਤੇ ਬੱਚੇ ਨੂੰ ਹੱਸਣ ਖੇਡਣ ਤੋਂ ਹੀ ਫੁਰਸਤ ਨਹੀਂ ਮਿਲਦੀ, ਬੱਚੇ ਖਾਂਦੇ ਪੀਂਦੇ ਹੱਸਦੇ ਖੇਡਦੇ ਆ। ਤੇ ਇੰਨੀ ਛੋਟੀ ਜਿਹੀ ਉਮਰ 'ਚ ਜੇ ਦਾੜੀ ਨਹੀਂ ਆਈ, ਮੁੱਛ ਨਹੀਂ ਆਈ, ਤੇ ਚਲਾਕੀਆਂ ਹੁਸ਼ਿਆਰੀਆਂ ਕਿੱਡੀਆਂ ਕਰਦਾ ਹੈ। ਦੇਖੋ ਕਹਾਂ ਦੁਆਸ਼ ਉਪਜਾਇਓ। ਤੇ ਛੋਟੀ ਜਿਹੀ ਉਮਰ ਦੇ ਵਿੱਚ ਗੁਰੂ ਸਾਹਿਬ ਦੇ ਆਪਣੇ ਦਾਦਾ ਜੀ ਦੇ ਨਾਲ ਕਿੰਨੀ ਈਰਖਾ ਦੁਆਸ਼ ਕਰਦਾ ਹੈ। ਮਨ ਮਤ ਤੇ ਨਿਜ ਗੁਰੂ ਬਣਾਇਓ। ਆਪਣੇ ਮਨ ਦੀ ਮਤ ਕਰਕੇ ਆਪਣੇ ਆਪ ਨੂੰ ਪਹਿਲਾਂ ਹੀ ਗੁਰੂ ਬਣਨੀ ਬੈਠਾ। ਹਾਲਾਂਕਿ ਗੁਰੂ ਬਣਾਉਣਾ ਤਾਂ ਗੁਰੂ ਸਾਹਿਬ ਦੇ ਆਪਣੇ ਵਾਸ ਹੈ, ਵੀ ਕਿਸ ਨੂੰ ਗੁਰਿਆਈ ਦੇਣ ਜਾਂ ਨਾ ਦੇਣ ਉਹਨਾਂ ਦੀ ਮਰਜ਼ੀ ਹੈ। ਉਹ ਆਪੇ ਹੀ ਧੱਕੇ ਨਾਲ ਹੀ ਗੁਰੂ ਬਣੀ ਬੈਠਾ ਹੈ। ਇਮ ਸੁਣ ਕੇ ਨਿਸ਼ਚੈ ਸਭ ਧਾਰਾ। ਇਸ ਤਰ੍ਹਾਂ ਸਾਰਿਆਂ ਨੇ ਸੁਣ ਕੇ ਨਿਸ਼ਚੈ ਕੀਤਾ, ਸ੍ਰੀ ਹਰਿ ਰਾਏ ਦੇਹ ਦਸਤਾਰਾ। ਬਈ ਨਹੀਂ, ਛੱਡੋ ਧੀਰਮਲ ਨੂੰ। ਧੀਰਮਲ ਇਸ ਗੱਦੀ ਦਾ ਜਾਂ ਇਸ ਦਸਤਾਰ ਦਾ ਹੱਕਦਾਰ ਹੀ ਨਹੀਂ ਹੈ। ਛੋਟੇ ਪੁੱਤਰ ਨੂੰ ਆਪਾਂ ਬਾਬਾ ਸ੍ਰੀ ਹਰਿਰਾਏ ਜੀ ਨੂੰ ਦਸਤਾਰਬੰਦੀ ਕਰਾ ਦਈਏ ਭੋਗ ਤੇ। ਅੰਤਰ ਵਹਿਰ ਪ੍ਰਗਟ ਤਬ ਭਈ। ਜਦੋਂ ਇਹ ਗੱਲ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਨੇ ਵੀ ਕਹਿਤੀ ਤੇ ਭਾਈ ਭਾਨਾ ਜੀ, ਭਾਈ ਜੋਧ ਸ਼ਾਹ ਜੀ, ਸਾਰੇ ਸਿੱਖਾਂ ਨੇ ਸਵੀਕਾਰ ਕਰ ਲਈ। ਅੰਦਰ ਬਾਹਰ ਗੁਰੂ ਘਰ ਦੇ ਪ੍ਰਗਟ ਹੋ ਗਈ ਗੱਲ। ਵਡਿਆਈ ਲਗ ਸੁਤ ਕਹੋ ਦੇਈ। ਕਿ ਬਾਬੇ ਗੁਰਦਿੱਤੇ ਦੇ ਭੋਗ ਤੇ
ਛੋਟੇ ਪੁੱਤਰ ਨੂੰ ਪੱਗ ਬੰਨੀ ਜਾਵੇਗੀ, ਵਡਿਆਈ ਦੇਣਗੇ। ਜਾਮ ਦਿਵਸ ਚੜਬੇ ਲਗ ਮਸਲਤ। ਸਾਧ ਸੰਗਤ ਜੀ, ਦਿਨ ਦੇ 9-10 ਵਜੇ ਤੱਕ ਇਹੀ ਗੱਲਾਂ ਚੱਲਦੀਆਂ ਰਹੀਆਂ ਸਵੇਰ ਦੇ। ਇੱਕ ਪਹਿਰ ਦਿਨ ਚੜ੍ਹੇ ਤੱਕ ਗੁਰੂ ਘਰ ਦੇ ਵਿੱਚ ਸਲਾਹਾਂ ਹੁੰਦੀਆਂ ਰਹੀਆਂ। ਸਿਆਣੇ ਸਿੱਖ ਜਿਹੜੇ ਸਨ, ਭਾਈ ਵਿਧੀ ਚੰਦ ਜੀ, ਜਾਤੀ ਮਲਕ ਜੀ, ਗੁਰੂ ਘਰ ਦੀਆਂ ਫੌਜਾਂ ਦੇ ਜਰਨੈਲ ਜਿਹੜੇ ਸਨ, ਭਾਈ ਜੋਧ ਸ਼ਾਹ ਜੀ, ਇਸੇ ਤਰ੍ਹਾਂ ਭਾਈ ਰੂਪਾ ਜੀ, ਜਿੰਨੇ ਵੀ ਮੁਖੀ ਸਿੱਖ ਸਨ ਮਹਾਰਾਜ ਦੇ, ਉਹਨਾਂ ਨਾਲ ਤੇ ਗੁਰੂ ਸਾਹਿਬ ਵਿਚਾਰ ਕਰਦੇ ਰਹੇ। ਫੈਸਲਾ ਇਹੀ ਹੋਇਆ ਕਿ ਪੱਗ ਜਿਹੜੀ ਹੈ ਉਹ ਛੋਟਿਆਂ ਨੂੰ ਮਹਾਰਾਜ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਦਿੱਤੀ ਜਾਏਗੀ। ਇਮ ਕਹਿ ਉਠੇ ਸੁਨਤ ਭੇ ਹਰਖਤ। ਇਸ ਤਰ੍ਹਾਂ ਕਹਿ ਸੁਣ ਕੇ ਸਾਰੇ ਉੱਠੇ ਨੇ ਵੀ ਚਲੋ ਠੀਕ ਹੈ, ਹੋਏ ਦਸਤਾਰ ਦਾ ਫੈਸਲਾ ਹੋ ਗਿਆ, ਪੱਗ ਜਿਹੜੀ ਹੈ ਉਹ ਛੋਟੇ ਪੁੱਤਰ ਨੂੰ ਬੰਨਣੀ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਉਹਨਾਂ ਦੇ ਪਿਤਾ ਬਾਬਾ ਗੁਰਦਿੱਤਾ ਜੀ ਦੀ ਪੱਗ ਵੀ ਬੱਝੀ। ਬਾਅਦ ਵਿੱਚ ਜਦੋਂ ਮਹਾਰਾਜ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚਖੰਡ ਗਮਨ ਕਰਦੇ ਹੈ, ਝੋਲਾ ਛੱਡਦੇ ਹੈ, ਉਹ ਦਸਤਾਰ ਤਾਂ ਫਿਰ ਉਹਨਾਂ ਨੂੰ ਬੱਝੀ ਹੈ, ਕਿਉਂਕਿ 7ਵੇਂ ਪਾਤਸ਼ਾਹ ਜੋ ਬਣੇ ਹਨ ਉਹਨਾਂ ਦੀ ਕਥਾ ਇਹ ਸਾਰੀ ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।